ਇਹ ਆਗੂਆਂ ਦਾ ਵੈਸੇ ਮਿਸ਼ਨ ਨਾਲ ਜੁੜੇ ਹੁੰਦੇ ਆ। ਜੇ ਅੱਜ ਮੈਂ ਨਹੀਂ ਵੀ ਆਉਂਦਾ ਤਾਂ ਕਿਹੜਾ ਪ੍ਰਬੰਧ ਨਹੀਂ ਹੋਣੇ। ਪ੍ਰਬੰਧ ਜਨਤਾ ਕਰ ਲੈਂਦੀ ਹੁੰਦੀ। ਜਿਹੜੇ ਅੰਦੋਲਨ 'ਚ ਜਨਤਾ ਤੁਰ ਪਵੇ ਫਿਰ ਆਗੂਆਂ ਨੂੰ ਪਿੱਛੇ ਰਹਿ ਜਾਂਦਾ। ਆਗੂ ਕੋਈ ਵੱਡਾ ਨਹੀਂ ਹੁੰਦਾ। ਆਗੂ ਕਿਸਾਨੀ ਦੇ ਮਾਣ ਦਾ ਸਵਾਲ ਆ, ਚਾਹੇ ਜਥੇਬੰਦੀ ਕੋਈ ਵੀ ਹੈ। ਮੈਂ ਤੇ ਅਪੀਲ ਕਰਦਾ, ਸਾਡੀ ਜਥੇਬੰਦੀ ਵੀ ਇਸ ਫਰੰਟ ਤੋਂ ਬਾਹਰ ਹੈ। ਜਿਹੜੇ ਆਗੂ ਇਸ ਫਰੰਟ ਤੋਂ ਬਾਹਰ ਆ ਉਹਨਾਂ ਨੂੰ ਅਪੀਲ ਹੈ, ਬੇਲਾ ਨਾ ਖਿਜਾਓ। ਕਿਸਾਨੀ ਦੀ ਇੱਜ਼ਤ ਦਾ ਸਵਾਲ ਹੈ। ਜਿਹੜੇ ਘਰ ਬੈਠੇ ਕਿਸਾਨ ਆਗੂ ਆਪਣੀਆਂ ਜਥੇਬੰਦੀਆਂ ਸਮੇਤ ਹਾਜ਼ਰ ਹੋਵੋ ਇਸ ਅੰਦੋਲਨ 'ਚ। ਇਹ ਆਪਣਾ ਫਰਜ਼ ਬਣਦਾ। ਜਿਹੜੀ ਸਰਕਾਰ ਫੁੱਟ 2 ਫੁੱਟ ਦੇ ਬੈਰੀਕੇਡ ਲਾ ਕੇ 2-4 ਫੁੱਟ ਦੇ ਕਿੱਲ ਕੱਢ ਕੇ ਸੋਚਦੀ ਵੀ ਕਿਸਾਨ ਡਰਦਾ ਰੁਕ ਜਾਊਗਾ, ਇਹ ਕਿਸਾਨ ਨੇ ਸਾਬਤ ਕਰ ਦੇਣਾ। ਲੱਖਾਂ ਕਿਸਾਨਾਂ ਦੇ ਹੜ੍ਹ ਨੂੰ 2-4 ਫੁੱਟ ਦੇ ਬੈਰੀਕੇਡ ਜਾਂ ਕਿੱਲ ਆ ਉਹ ਨਹੀਂ ਰੋਕ ਪਾਉਣਗੇ। ਇੱਕ ਪਾਸੇ ਸਰਕਾਰ ਨੇ ਦੋਗਣੀ ਤਿਆਰੀ ਕਰ ਲਈ, ਕਿਸਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਥੇਬੰਦੀਆਂ ਆਪਸ ਦੇ ਵਿੱਚ ਰਾਜਨੀਤੀ ਜਾਂ ਕਿਸੇ ਹੋਰ ਕਾਰਨ ਕਰਕੇ ਟੁੱਟੀਆਂ। ਮੈਂ ਸਾਫ਼ ਕਰ ਦੇਣਾ, ਜਿਹੜੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੁਆਬਾ, ਅਸੀਂ ਵੀ ਉਹਦੇ 'ਚ ਸ਼ਾਮਲ ਹੈ। ਜਿਹਨੀ 16 ਦੀ ਕਾਲ ਕੀਤੀ ਹੈ। ਆ ਖੜੇ ਆ ਅੰਦੋਲਨ ਦੇ ਵਿੱਚ। ਪੰਜਾਬ ਦਾ ਇਤਿਹਾਸ ਹੈ, ਮੈਂ ਇਤਿਹਾਸ ਦਾ ਵਿਦਿਆਰਥੀ ਰਿਹਾ। ਜਦੋਂ ਮਿਸਲਾਂ ਦਾ ਕਾਲ ਸੀ, ਸਿੱਖ ਮਿਸਲਾਂ ਦੇ ਵਿੱਚ ਵੱਡੇ ਮਸਲੇ ਹੁੰਦੇ ਸੀ, ਆਪਸੀ ਲੜਾਈਆਂ ਵੀ ਲੜਦੇ ਸੀ। ਲੇਕਿਨ ਜਦੋਂ ਅਬਦਾਲੀ ਨਾਲ ਲੜਨ ਦੀ ਗੱਲ ਹੈ, ਜਦੋਂ ਦਿੱਲੀ ਨੂੰ ਫਤਿਹ ਕਰਨ ਦੀ ਗੱਲ ਹੈ, ਤੇ ਚਾਹੇ ਸ਼ੁਕਰ ਚੰਗੀਆ ਮਿਸਲ ਹੈ, ਚਾਹੇ ਭੰਗੀ ਮਿਸਲ ਹੈ, ਚਾਹੇ ਘਨਈਆ ਮਿਸਲ ਹੈ, ਉਹ ਸਾਰੀਆਂ ਮਿਸਲਾਂ ਆਪਣੇ ਰੌਲੇ ਜਿਹੜੇ ਉਹ ਖਤਮ ਕਰ ਦਿੰਦੀਆਂ ਸੀ। ਵੀ ਜਿੰਨਾ ਚਿਰ ਆਪਾਂ ਦੁਸ਼ਮਣ ਨਾਲ ਲੜਨਾ ਤੇ ਉਹਨਾਂ ਚਿਰ ਸਾਡੀ ਆਪਸੀ ਲੜਾਈ ਬੰਦ ਹੈ। ਜਿਹੜਾ ਮੇਰਾ ਤਜਰਬਾ ਕਹਿੰਦਾ, 100 ਨੂੰ ਰੋਕੂਗੇ 1000 ਉੱਠ ਕੇ ਮਗਰ ਜਾਏਗਾ, 1000 ਨੂੰ ਰੋਕੂਗੇ ਲੱਖ ਜਾਊਗਾ, ਜੇ ਲੱਖ ਨੂੰ ਰੋਕੂਗੇ 10 ਲੱਖ ਜਾਊਗਾ। ਕਿਸਾਨ ਜਥੇਬੰਦੀਆਂ ਦੇ ਅੰਦੋਲਨ 'ਚ ਨੌਜਵਾਨ ਬਹੁਤ ਘੱਟ ਹੁੰਦਾ ਸੀ, ਬਜ਼ੁਰਗ ਲੋਕ ਹੁੰਦੇ ਸੀ। ਜਦੋਂ ਹਰਿਆਣੇ ਸਰਕਾਰ ਪਿਛਲੇ ਅੰਦੋਲਨ ਦੇ ਵਿੱਚ ਅਥਰੂ ਗੈਸ ਛੱਡੀ ਆ, ਲਾਠੀ ਚਾਰਜ ਕੀਤੇ ਆ, ਕੰਧਾਂ ਕੀਤੀਆਂ, ਦੀਵਾਰਾਂ ਕੀਤੀਆਂ, ਜਿਹੜਾ ਨੌਜਵਾਨ ਜ਼ਿੰਦਗੀ 'ਚ ਕਦੇ ਅੰਦੋਲਨ 'ਚ ਨਹੀਂ ਸੀ ਗਿਆ, ਉਹਨੀ ਰਾਤ ਨੂੰ ਗੱਡੀਆਂ ਚੱਕੀਆਂ, ਉਹ ਰਾਤ ਨੂੰ ਦਿੱਲੀ ਸਾਕੋ ਪਹੁੰਚ ਗਏ ਸੀ। ਪਿਛਲਾ ਅੰਦੋਲਨ ਹੋਇਆ ਉਸ ਟਾਈਮ ਇਹ ਗੱਲ ਬਹੁਤ ਆ ਰਹੀ ਸੀ ਵੀ ਕਿਸੇ ਨਾ ਕਿਸੇ ਨੌਜਵਾਨਾਂ ਨੂੰ ਵੀ ਅੱਗੇ ਕੀਤਾ ਜਾਵੇ, ਪਰ ਗੱਲ ਵਿੱਚ ਇਹ ਆਉਂਦੀ ਸੀ ਕਿ ਜਿਹੜੇ ਆਗੂ ਦੂਸਰੇ ਨੇ ਜਥੇਬੰਦੀਆਂ ਦੇ, ਉਹ ਕਿਤੇ ਨਾ ਕਿਤੇ ਆਪਣੀ ਹੀ ਚਲਾਉਣੀ ਚਾਹੁੰਦੇ ਨੇ। ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅੱਗੇ ਕਰਕੇ ਖੁਸ਼ ਨਹੀਂ ਗਏ। ਨਾ ਕਿ ਪਿਛਲੀ ਵਾਰ ਵਾਲਾ ਕੰਮ ਹੋਵੇ ਵੀ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ, ਕਿਸੇ ਦਾ ਮੂੰਹ ਕਿਸੇ ਪਾਸੇ ਨੂੰ, ਮੁੜ ਕੇ ਆਪਸੀ ਫੁੱਟ ਪੈਂਦੀ ਹੈ। ਕਿਸੇ ਲਈ ਥਾਂ ਨਹੀਂ ਦਿੰਦਾ ਹੁੰਦਾ। ਕਿਸੇ ਅੰਦੋਲਨ 'ਚ ਕੋਈ ਆਗੂ ਥਾਂ ਨਹੀਂ ਦਿੰਦਾ, ਥਾਂ ਬਣਾਉਣੀਆਂ ਪੈਂਦੀਆਂ। ਨੌਜਵਾਨੀ ਆਪਣਾ ਲੀਡਰਸ਼ਿਪ ਚੁਣੇ, ਕਿਹਦੀ ਤਾਕਤ ਹੈ, ਕੌਣ ਰੋਕ ਲਏਗਾ? ਕੋਈ ਨਹੀਂ ਰੋਕ ਸਕਦਾ ਹੁੰਦਾ। ਆਪਣੀਆਂ ਜਗ੍ਹਾ ਹਰ ਇੱਕ ਨੇ ਆਪ ਬਣਾਈਆਂ। ਨੌਜਵਾਨੀ ਸੰਗਠਿਤ ਹੋ ਕੇ ਆਵੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਇੱਕ ਵਾਰ ਮੁੜ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਹੋਈ ਹੈ। ਟਰਾਲੀਆਂ ਲੈ ਕੇ ਕਿਸਾਨ ਸੜਕਾਂ ਤੇ ਆ ਚੁੱਕੇ ਨੇ ਅਤੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਤੁਰ ਵੀ ਪਏ ਨੇ। ਇਸੇ ਦੇ ਨਾਲ ਜਿਹੜੀ ਮੂਹਰਿਓਂ ਸਰਕਾਰ ਹੈ ਉਸ ਦੇ ਵੱਲੋਂ ਵੀ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਇੱਕ ਪਾਸੇ ਬੈਰੀਕੇਡਿੰਗ ਲਾਈ ਜਾ ਰਹੀ ਹੈ, ਦੂਸਰੇ ਪਾਸੇ ਉਹ ਸੜਕਾਂ ਜਿਨ੍ਹਾਂ ਨੂੰ ਆਮ ਲੋਕ ਵਰਤਦੇ ਨੇ ਉਹਨਾਂ ਦੇ ਉੱਪਰ ਸੂਲਾਂ ਲਾਈਆਂ ਜਾ ਰਹੀਆਂ ਨੇ ਤਾਂ ਕਿ ਦਿੱਲੀ ਇਸ ਸਮੇਂ ਕਿਸਾਨ ਕਿਸੇ ਵੀ ਸੂਰਤ 'ਚ ਨਾ ਪਹੁੰਚ ਸਕਣ। ਸਾਡੇ ਨਾਲ ਇੱਧਰ ਕਿਸਾਨ ਆਗੂ ਮੌਜੂਦ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਵਾਰ ਇੱਕ ਵਾਰ ਮੁੜ ਤੋਂ ਕਿਸਾਨੀ ਰੋਹ ਉੱਠਿਆ। ਜਿਹੜੀਆਂ ਮੰਗਾਂ ਤੋਂ ਸਰਕਾਰ ਮੁੱਕਰੀ ਸੀ ਉਹੀ ਮੰਗਾਂ ਲੈ ਕੇ ਮੁੜ ਤੋਂ ਦਿੱਲੀ ਜਾਣਾ ਪੈ ਰਿਹਾ ਹੈ। ਸੋ ਕੀ ਕਹੋਗੇ, ਕਿਹੋ ਜੀ ਤਿਆਰੀ ਹੈ ਤੇ ਕਿਹੋ ਜਿਹੇ ਇਸ ਸਮੇਂ ਜਾਹੋ ਜਲਾਲ ਨੇ? ਦੇਖੋ, ਬੀਤੇ ਜਿਹੜਾ 3 ਸਾਲ ਪਹਿਲਾਂ ਕਿਸਾਨ ਅੰਦੋਲਨ ਹੋਇਆ ਸੀ ਉਹਦੇ 'ਚ ਭਾਰਤ ਮੋਦੀ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ ਕਰ ਲਏ, ਉਹਦੇ ਵਿੱਚੋਂ ਸਰਕਾਰ ਇੱਕ ਤੇ ਵੀ ਪੂਰਾ ਨਹੀਂ ਉਤਰੀ। ਚਾਹੇ ਘੱਟੋ ਘੱਟ MSP ਦੇ ਉੱਤੇ ਗਰੰਟੀ ਕਾਨੂੰਨ ਬਣਾਉਣ ਦਾ ਮੁੱਦਾ ਸੀ, ਕਿਸਾਨਾਂ ਤੇ ਦਰਜ ਪਰਚੇ ਵਾਪਸ ਲੈਣੇ ਸੀ, ਚਾਹੇ ਪ੍ਰਦੂਸ਼ਣ ਐਕਟ ਵਾਪਸ ਲੈਣਾ ਸੀ, ਚਾਹੇ ਬਿਜਲੀ ਐਕਟ ਵਾਪਸ ਲੈਣ ਦਾ, ਬਿਜਲੀ ਐਕਟ ਦਾ ਵਾਅਦਾ ਵੀ ਕੀਤਾ ਸੀ।